ਜੇ ਆਪਾਂ ਕਿਸੇ ਵੀ ਆਮ ਇਨਸਾਨ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਬਾਰੇ ਸੋਚਣ ਲਈ ਕਹੀਏ ਤਾਂ ਜ਼ਿਆਦਾਤਰ ਲੋਕ ਹੀਰੇ ਬਾਰੇ ਹੀ ਸੋਚਣਗੇ। ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਹੀਰੇ ਇੰਨੇ ਮਹਿੰਗੇ ਕਿਉਂ ਹੁੰਦੇ ਹਨ, ਜਦ ਕਿ ਇਹਨਾਂ ਦਾ ਅਸਲ ਜ਼ਿੰਦਗੀ ਵਿੱਚ ਕੋਈ ਇੰਨਾ ਖਾਸ ਇਸਤੇਮਾਲ ਨਹੀਂ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਹੀਰਿਆਂ ਦੀ ਹਿਸਟਰੀ ਬਾਰੇ ਅਤੇ ਇਹਨਾਂ ਦੇ ਮਹਿੰਗੇ ਹੋਣ ਦੇ ਕਾਰਨ ਬਾਰੇ। ਦੁਨੀਆ ਵਿੱਚ ਸਭ ਤੋਂ ਪਹਿਲਾ ਹੀਰਾ 4ਵੀਂ ਸਦੀ ਵਿੱਚ ਇੰਡੀਆ ਵਿੱਚ ਮਿਲਿਆ ਸੀ ਅਤੇ ਉਦੋਂ ਤੋਂ ਲੈ ਕੇ 18ਵੀਂ ਸਦੀ ਤੱਕ ਪੂਰੀ ਦੁਨੀਆ ਵਿੱਚ ਸਿਰਫ ਇੰਡੀਆ ਹੀ ਇੱਕ ਅਜਿਹਾ ਦੇਸ਼ ਸੀ ਜਿੱਥੇ ਹੀਰਿਆਂ ਦੀ ਖੁਦਾਈ ਕੀਤੀ ਜਾਂਦੀ ਸੀ ਅਤੇ ਜ਼ਿਆਦਾਤਰ ਇਹ ਡਾਇਮੰਡ ਸਦਰਨ ਇੰਡੀਆ ਵਿੱਚੋਂ ਮਿਲਦੇ ਸਨ। ਉਤੋਂ ਹੀ ਡਾਇਮੰਡਸ ਨੂੰ ਮਾਪਣ ਵਾਲੀ ਟਰਮ ਕੈਰਟ ਦੀ ਹੋਂਦ ਹੋਈ। ਸਾਊਥ ਇੰਡੀਅਨ ਲੋਕ ਹੀਰਿਆਂ ਨੂੰ ਕੈਰਬ ਨਾਮ ਦੇ ਦਰਖਤ ਦੇ ਬੀਜਾਂ ਨਾਲ ਤੋੜ ਕੇ ਦੇਖਦੇ ਸੀ ਅਤੇ ਇੱਕ ਬੀਜ ਦਾ ਭਾਰ ਲਗਭਗ 200 ਮਿਲੀਗ੍ਰਾਮ ਹੁੰਦਾ ਸੀ। ਇਸੇ ਲਈ ਉਸ ਤੋਂ ਬਾਅਦ ਹੀਰਿਆਂ ਦਾ ਭਾਰ ਤੋਲਣ ਲਈ ਕੈਰਟ ਸ਼ਬਦ ਦਾ ਇਸਤੇਮਾਲ ਕੀਤਾ ਜਾਣ ਲੱਗਾ। ਹੌਲੀ ਹੌਲੀ ਇਹ ਹੀਰੇ ਇੰਡੀਆ ਤੋਂ ਚਾਈਨਾ ਅਤੇ ਸਿਲਕ ਰੋਡ ਰਾਹੀਂ ਹੋਰ ਯੂਰਪੀਅਨ ਕੰਟਰੀਆਂ ਤੱਕ ਪਹੁੰਚ ਗਏ, ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਗੋਲਡ ਵਾਂਗੂ ਆਪਣੀਆਂ ਕੀਮਤੀ ਚੀਜ਼ਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਪਰ ਸਦੀਆਂ ਪਹਿਲਾਂ ਹੀਰੇ ਇੰਨੇ ਚਮਕਦਾਰ ਅਤੇ ਵਧੀਆ ਸ਼ੇਪ ਵਿੱਚ ਨਹੀਂ ਹੁੰਦੇ ਸਨ। ਪਹਿਲਾਂ ਇਹ ਦੇਖਣ ਨੂੰ ਕਾਫੀ ਭੱਦੇ ਲੱਗਦੇ ਸਨ ਕਿਉਂਕਿ ਉਦੋਂ ਇਹਨਾਂ ਨੂੰ ਸ਼ੇਪ ਦੇਣ ਲਈ ਅਤੇ ਪੋਲਿਸ਼ ਕਰਨ ਲਈ ਵਧੀਆ ਟੂਲ ਨਹੀਂ ਹੁੰਦੇ ਸਨ। ਜਿੰਨੇ ਵੀ ਹੀਰੇ ਅੱਜ ਆਪਾਂ ਦੇਖਦੇ ਹਾਂ, ਇਹਨਾਂ ਨੂੰ ਲੇਜ਼ਰ ਦੀ ਮਦਦ ਨਾਲ ਇੱਕ ਸਪੈਸ਼ਲ ਸ਼ੇਪ ਵਿੱਚ ਕੱਟਿਆ ਜਾਂਦਾ ਹੈ ਅਤੇ ਚਮਕਾਇਆ ਜਾਂਦਾ ਹੈ ਤਾਂ ਕਿ ਦੇਖਣ ਵਿੱਚ ਇਹ ਜ਼ਿਆਦਾ ਵਧੀਆ ਲੱਗਣ। 18ਵੀਂ ਸਦੀ ਤੋਂ ਬਾਅਦ ਇੰਡੀਆ ਅਤੇ ਬ੍ਰਾਜ਼ੀਲ ਦੇ ਜੰਗਲਾਂ ਵਿੱਚੋਂ ਪੂਰਾ ਸਾਲ ਖੁਦਾਈ ਕਰਕੇ ਸਿਰਫ ਕੁਝ ਕਿਲੋ ਦੇ ਨੇੜੇ ਹੀ ਹੀਰੇ ਮਿਲਦੇ ਸਨ। ਇਸੇ ਲਈ ਉਹਨਾਂ ਸਮਿਆਂ ਦੌਰਾਨ ਹੀਰਿਆਂ ਦੀ ਕੀਮਤ ਬਹੁਤ ਜ਼ਿਆਦਾ ਸੀ ਕਿਉਂਕਿ ਪਹਿਲਾਂ ਤਾਂ ਹੀਰੇ ਲੱਭਣ ਵਿੱਚ ਹੀ ਬਹੁਤ ਮੁਸ਼ਕਿਲ ਆਉਂਦੀ ਸੀ ਅਤੇ ਉਸ ਤੋਂ ਬਾਅਦ ਹੀਰਿਆਂ ਨੂੰ ਤਰਾਸ਼ਣ ਲਈ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਅਤੇ ਇਹ ਕੰਮ ਉਸ ਸਮੇਂ ਵਿੱਚ ਬਹੁਤ ਥੋੜ੍ਹੇ ਲੋਕ ਕਰਦੇ ਸਨ। ਹੀਰਿਆਂ ਦੀ ਕੀਮਤ ਪਿੱਛੇ ਵੀ ਬਾਕੀ ਚੀਜ਼ਾਂ ਵਾਂਗੂ ਇਕਨੋਮਿਕਸ ਦਾ ਇੱਕ ਸਿੰਪਲ ਰੂਲ ਲਾਗੂ ਹੁੰਦਾ ਹੈ। ਜੇ ਕਿਸੇ ਵੀ ਚੀਜ਼ ਦੀ ਡਿਮਾਂਡ ਜ਼ਿਆਦਾ ਹੈ ਅਤੇ ਸਪਲਾਈ ਘੱਟ ਹੈ ਤਾਂ ਉਸ ਚੀਜ਼ ਦੀ ਕੀਮਤ ਹਮੇਸ਼ਾ ਜ਼ਿਆਦਾ ਹੀ ਹੋਵੇਗੀ। ਇਸੇ ਲਈ 18ਵੀਂ ਸਦੀ ਦੇ ਦੌਰਾਨ ਹੀਰਿਆਂ ਦੀ ਕੀਮਤ ਜ਼ਿਆਦਾ ਸੀ ਕਿਉਂਕਿ ਉਹਨਾਂ ਦੀ ਸਪਲਾਈ ਬਹੁਤ ਘੱਟ ਸੀ। ਪਰ ਇਹ ਸਭ ਕੁਝ 1869 ਤੋਂ ਬਾਅਦ ਬਦਲਣ ਵਾਲਾ ਸੀ। 1869 ਤੋਂ ਪਹਿਲਾਂ ਸਾਊਥ ਅਫਰੀਕਾ ਦਾ ਮੇਨ ਐਕਸਪੋਰਟ ਸਿਰਫ ਉੱਨ ਅਤੇ ਖੰਡ ਸੀ। 1866 ਵਿੱਚ ਇੱਕ 15 ਸਾਲ ਦਾ ਬੱਚਾ ਔਰੇਂਜ ਨਦੀ ਦੇ ਨੇੜੇ ਖੇਡ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ 22 ਕੈਰਟ ਦੇ ਇੱਕ ਹੀਰੇ 'ਤੇ ਪਈ ਅਤੇ ਉਸ ਤੋਂ ਬਾਅਦ ਉਸੇ ਨਦੀ ਦੇ ਨੇੜੇ ਕਿਸੇ ਨੂੰ 83 ਕੈਰਟ ਦਾ ਇੱਕ ਹੋਰ ਡਾਇਮੰਡ ਮਿਲਿਆ। ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਸਾਊਥ ਅਫਰੀਕਾ ਵਿੱਚ ਹੀਰਿਆਂ ਦੀ ਖੁਦਾਈ ਲਈ 4 ਥਾਵਾਂ 'ਤੇ ਮਾਈਨਿੰਗ ਸ਼ੁਰੂ ਕਰ ਦਿੱਤੀ। ਇਹਨਾਂ ਮਾਈਨਿੰਗ ਲੋਕੇਸ਼ਨਸ ਤੋਂ ਸਾਊਥ ਅਫਰੀਕਾ ਵਿੱਚ ਟਨਾਂ ਦੇ ਹਿਸਾਬ ਨਾਲ ਹੀਰੇ ਨਿਕਲਣ ਲੱਗੇ, ਜਿਸ ਤੋਂ ਬਾਅਦ ਉੱਥੇ ਜ਼ਮੀਨ ਦੇ ਪ੍ਰਾਈਸ ਬਹੁਤ ਵੱਧ ਗਏ ਅਤੇ ਹਰ ਕੋਈ ਉੱਥੇ ਹੀਰਿਆਂ ਦੀ ਖੁਦਾਈ ਲਈ ਮਾਈਨਿੰਗ ਸ਼ੁਰੂ ਕਰਨੀ ਚਾਹੁੰਦਾ ਸੀ। ਇਹਨਾਂ ਸਾਲਾਂ ਦੌਰਾਨ ਹੀਰਿਆਂ ਦੀ ਸਪਲਾਈ ਬਹੁਤ ਵੱਧ ਚੁੱਕੀ ਸੀ, ਜਿਹਦੇ ਕਾਰਨ ਉਹਨਾਂ ਦੀ ਕੀਮਤ ਵਿੱਚ ਕਾਫੀ ਗਿਰਾਵਟ ਆ ਰਹੀ ਸੀ। ਜਿਸ ਤੋਂ ਬਾਅਦ 1880 ਦੇ ਅਖੀਰ ਤੱਕ ਬਹੁਤ ਸਾਰੀਆਂ ਡਾਇਮੰਡ ਮਾਈਨਿੰਗ ਕੰਪਨੀਆਂ ਬੰਦ ਹੋਣ ਦੀ ਕਗਾਰ 'ਤੇ ਆ ਗਈਆਂ ਸਨ। 1869 ਵਿੱਚ ਜਦੋਂ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਉੱਥੇ ਮਾਈਨਿੰਗ ਕਰ ਰਹੀਆਂ ਸਨ ਤਾਂ ਸੈਸਿਲ ਰੋਡਸ ਨਾਮ ਦੇ ਇੱਕ ਬੰਦੇ ਨੇ ਮਾਈਨਿੰਗ ਕੰਪਨੀਆਂ ਨੂੰ ਵਾਟਰ ਪੰਪ ਰੈਂਟ 'ਤੇ ਦੇਣੇ ਸ਼ੁਰੂ ਕੀਤੇ। ਇਸ ਕੰਮਕਾਰ ਤੋਂ ਉਸਨੇ ਜਿੰਨੇ ਵੀ ਪੈਸੇ ਬਚਾਏ ਉਸ ਦੇ ਨਾਲ ਉਸਨੇ ਉੱਥੇ ਥੋੜ੍ਹੀ ਜਿਹੀ ਜ਼ਮੀਨ ਖਰੀਦ ਕੇ ਉਸ ਦੇ ਉੱਤੇ ਛੋਟੀ ਜਿਹੀ ਮਾਈਨਿੰਗ ਕੰਪਨੀ ਸ਼ੁਰੂ ਕਰ ਦਿੱਤੀ। ਪਰ ਜਿਵੇਂ ਜਿਵੇਂ ਹੀਰਿਆਂ ਦੀ ਕੀਮਤ ਹੋਰ ਘਟਦੀ ਗਈ ਤਾਂ ਛੋਟੀਆਂ ਮਾਈਨਿੰਗ ਕੰਪਨੀਆਂ ਨੇ ਆਪਣੀਆਂ ਮਾਈਨਿੰਗ ਸਾਈਟਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਇਸੇ ਮੌਕੇ ਦਾ ਫਾਇਦਾ ਰੋਡਸ ਨੇ ਚੁੱਕਿਆ। ਉਸਨੇ ਇਹ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ। ਸੈਸਿਲ ਰੋਡਸ ਨੇ ਉਸ ਸਮੇਂ ਦੀ ਸਭ ਤੋਂ ਵੱਡੀ ਕਿੰਬਰਲੀ ਮਾਈਨ ਨੂੰ ਛੱਡ ਕੇ ਲਗਭਗ ਸਭ ਛੋਟੀਆਂ ਮਾਈਨਸ ਖਰੀਦ ਲਈਆਂ ਸਨ, ਜਿਨ੍ਹਾਂ ਵਿੱਚੋਂ ਓਲਡ ਡੀ ਬੀਅਰ ਮਾਈਨਸ ਨੇ ਅੱਗੇ ਜਾ ਕੇ ਉਸ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕੀਤਾ। ਡੀ ਬੀਅਰ ਮਾਈਨ ਉਸਨੇ 2 ਭਰਾਵਾਂ ਤੋਂ ਬਹੁਤ ਹੀ ਘੱਟ ਪੈਸੇ ਵਿੱਚ ਖਰੀਦੀ ਸੀ। 1888 ਤੱਕ ਡੀ ਬੀਅਰ ਅਤੇ ਕੁਝ ਹੋਰ ਮਾਈਨਰਸ ਹੀ ਬਚੇ ਸਨ, ਜਿਨ੍ਹਾਂ ਨੇ ਆਪਸ ਵਿੱਚ ਕੰਪੀਟ ਕਰਨ ਦੀ ਜਗ੍ਹਾ 'ਤੇ ਸਾਰੀਆਂ ਕੰਪਨੀਆਂ ਨੂੰ ਜੋੜ ਕੇ ਇੱਕ ਵੱਡੀ ਕੰਪਨੀ ਬਣਾ ਲਈ ਤਾਂ ਕਿ ਉਹਨਾਂ ਦਾ ਰਾਜ ਪੂਰੀ ਡਾਇਮੰਡ ਇੰਡਸਟਰੀ ਉੱਤੇ ਹੋ ਸਕੇ ਅਤੇ ਇਸ ਕੰਪਨੀ ਨੂੰ ਡੀ ਬੀਅਰ ਕੰਸੋਲੀਡੇਟਡ ਮਾਈਨ ਪ੍ਰਾਈਵੇਟ ਲਿਮਟਿਡ ਨਾਮ ਦਿੱਤਾ ਗਿਆ, ਜਿਸ ਦਾ ਹੈੱਡ ਸੈਸਿਲ ਰੋਡਸ ਬਣਿਆ। ਇਸ ਤੋਂ ਬਾਅਦ ਪੂਰੇ ਸਾਊਥ ਅਫਰੀਕਾ ਵਿੱਚ ਜਿੰਨੀਆਂ ਵੀ ਮਾਈਨ ਸਾਈਟਾਂ ਸਨ ਉਹ ਡੀ ਬੀਅਰ ਕੰਪਨੀ ਦੇ ਅੰਡਰ ਹੀ ਆਉਂਦੀਆਂ ਸਨ ਅਤੇ ਡੀ ਬੀਅਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣੇ ਨਾਮ ਅੰਡਰ ਹੋਰ ਛੋਟੀਆਂ ਕੰਪਨੀਆਂ ਖੋਲ੍ਹੀਆਂ ਤਾਂ ਕਿ ਲੋਕਾਂ ਨੂੰ ਇਹ ਲੱਗ ਸਕੇ ਕਿ ਇਹ ਕੰਪਨੀਆਂ ਮਾਰਕੀਟ ਵਿੱਚ ਆਪਸ ਵਿੱਚ ਕੰਪੀਟ ਕਰ ਰਹੀਆਂ ਹਨ, ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਸ਼ੈਲ ਕੰਪਨੀਜ਼ ਦੇ ਨਾਮ ਨਾਲ ਜਾਣਦੇ ਹਾਂ, ਜੋ ਕਿ ਕਾਫੀ ਦੇਸ਼ਾਂ ਵਿੱਚ ਇਲੀਗਲ ਹਨ। ਡੀ ਬੀਅਰ ਹੁਣ ਪੂਰੀ ਦੁਨੀਆ ਵਿੱਚ ਆਪਣੇ ਮੁਤਾਬਿਕ ਹੀਰਿਆਂ ਦਾ ਰੇਟ ਤੈਅ ਕਰ ਸਕਦੇ ਸਨ, ਪਰ ਆਮ ਲੋਕਾਂ ਨੂੰ ਇਹ ਲੱਗਦਾ ਸੀ ਕਿ ਹੀਰਿਆਂ ਦਾ ਪ੍ਰਾਈਸ ਜ਼ਿਆਦਾ ਇਸ ਲਈ ਹੈ
ਕਿ ਮਾਰਕੀਟ ਵਿੱਚ ਕੰਪੀਟੀਸ਼ਨ ਜ਼ਿਆਦਾ ਹੈ ਅਤੇ ਹੀਰੇ ਘੱਟ, ਪਰ ਅਸਲ ਵਿੱਚ ਇਸ ਦਾ ਉਲਟਾ ਸੀ। ਹੀਰੇ ਜ਼ਿਆਦਾ ਸਨ ਅਤੇ ਕੰਪੀਟੀਸ਼ਨ ਬਿਲਕੁਲ ਵੀ ਨਹੀਂ। ਹੁਣ ਸਪਲਾਈ ਅਤੇ ਡਿਮਾਂਡ ਮਾਇਨੇ ਨਹੀਂ ਰੱਖਦੀ ਸੀ, ਕਿਉਂਕਿ ਡੇ ਬੀਅਰ ਸੀ ਸਾਰੀ ਸਪਲਾਈ ਕੰਟਰੋਲ ਕਰਦੇ ਸਨ ਅਤੇ ਉਹ ਜਦੋਂ ਚਾਹੇ ਰੇਟ ਵਧਾ ਸਕਦੇ ਸਨ ਅਤੇ ਜਦੋਂ ਚਾਹੇ ਘਟਾ। 1902 ਵਿੱਚ ਸਿਸਿਲ ਰੋਡਸ ਦੀ ਮੌਤ ਤੱਕ ਡੇ ਬੀਅਰ ਕੰਪਨੀ ਦੁਨੀਆ ਦੀ 90% ਡਾਇਮੰਡ ਪ੍ਰੋਡਕਸ਼ਨ ਨੂੰ ਕੰਟਰੋਲ ਕਰਦੀ ਸੀ। ਦ ਬੀਅਰ ਕੰਪਨੀ ਤੋਂ ਬਾਅਦ ਇੱਕ ਹੋਰ ਵੱਡੀ ਮਾਈਨ ਸੀ ਜਿਸ ਦਾ ਨਾਮ ਸੀ ਦ ਪ੍ਰੀਮੀਅਰ, ਜੋ ਕਿ ਉਸ ਦੇ ਮਾਲਕਾਂ ਨੇ ਡੇ ਬੀਅਰ ਨੂੰ ਵੇਚਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਉਹ ਡੇ ਬੀਅਰ ਦੀ ਮੋਨੋਪੋਲੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਸੇ ਲਈ ਉਹਨਾਂ ਨੇ ਇਹ ਮਾਈਨ ਕੰਪਨੀ ਓਪਨਹਾਈਮਰ ਬ੍ਰਦਰਜ਼ ਨੂੰ ਵੇਚ ਦਿੱਤੀ ਅਤੇ ਇਸ ਡੀਲ ਤੋਂ ਥੋੜ੍ਹੇ ਸਮੇਂ ਬਾਅਦ ਹੀ 1905 ਵਿੱਚ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਵੱਡਾ ਰਫ ਡਾਇਮੰਡ ਦ ਪ੍ਰੀਮੀਅਰ ਮਾਈਨ ਵਿੱਚੋਂ ਮਿਲਿਆ, ਜਿਸ ਦਾ ਭਾਰ 3106 ਕੈਰਟ ਸੀ। ਇਸ ਡਾਇਮੰਡ ਦੇ ਮਿਲਣ ਤੋਂ ਬਾਅਦ ਓਪਨਹਾਈਮਰ ਭਰਾਵਾਂ ਦਾ ਨਾਮ ਡਾਇਮੰਡ ਦੀ ਮਾਰਕੀਟ ਵਿੱਚ ਕਾਫੀ ਮਸ਼ਹੂਰ ਹੋ ਗਿਆ ਸੀ, ਜਿਸ ਤੋਂ ਬਾਅਦ ਓਪਨਹਾਈਮਰ ਨੇ ਡੇ ਬੀਅਰ ਕੰਪਨੀ ਨਾਲ ਹੱਥ ਮਿਲਾ ਲਏ ਅਤੇ ਉਸਨੇ ਡੇ ਬੀਅਰ ਕੰਪਨੀ ਦੇ ਕਾਫੀ ਸ਼ੇਅਰ ਖਰੀਦ ਲਏ, ਜਿਸ ਨਾਲ ਉਹ ਕੰਪਨੀ ਦੇ ਬੋਰਡ ਮੈਂਬਰ ਦਾ ਹਿੱਸਾ ਬਣ ਗਿਆ। 1926 ਤੱਕ ਉਹ ਕੰਪਨੀ ਦਾ ਦੂਜਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਸੀ ਅਤੇ ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਹ ਡੇ ਬੀਅਰ ਕੰਪਨੀ ਦਾ ਚੇਅਰਮੈਨ ਵੀ ਬਣ ਗਿਆ, ਜਿਸ ਤੋਂ ਬਾਅਦ ਉਸਨੇ ਡੇ ਬੀਅਰ ਕੰਪਨੀ ਦਾ ਨਾਮ ਬਦਲ ਕੇ ਡਾਇਮੰਡ ਕਾਰਪੋਰੇਸ਼ਨ ਰੱਖ ਦਿੱਤਾ। 1938 ਤੱਕ ਪੂਰੀ ਦੁਨੀਆ ਵਿੱਚ ਡਾਇਮੰਡ ਇੰਡਸਟਰੀ ਨੂੰ ਘਾਟਾ ਪੈ ਰਿਹਾ ਸੀ, ਕਿਉਂਕਿ ਹਰ ਸਾਲ ਕਿਤੇ ਨਾ ਕਿਤੇ ਕਿਸੇ ਨਵੇਂ ਦੇਸ਼ ਵਿੱਚ ਡਾਇਮੰਡ ਨਿਕਲ ਆਉਂਦੇ ਸਨ, ਜਿਵੇਂ ਆਸਟ੍ਰੇਲੀਆ, ਸਾਈਬੇਰੀਆ, ਵੈਸਟਰਨ ਅਫਰੀਕਾ, ਅਤੇ ਦੂਜੇ ਨੰਬਰ 'ਤੇ ਉਸ ਸਮੇਂ ਸਾਰੇ ਪਾਸੇ ਵਰਲਡ ਵਾਰ ਕਾਰਨ ਆਰਥਿਕ ਮੰਦੀ ਚੱਲ ਰਹੀ ਸੀ, ਜਿਸ ਨੂੰ ਦ ਗ੍ਰੇਟ ਡਿਪਰੈਸ਼ਨ ਵੀ ਕਹਿੰਦੇ ਸਨ। ਇਸੇ ਲਈ ਓਪਨਹਾਈਮਰ ਨੇ ਹੈਰੀ ਓਪਨਹਾਈਮਰ ਨੂੰ ਨਿਊਯਾਰਕ ਭੇਜਿਆ ਤਾਂ ਕਿ ਉਹ ਉੱਥੇ ਜਾ ਕੇ NW 에ਅਰ ਐਡ ਏਜੰਸੀ ਨਾਲ ਮਿਲ ਕੇ ਹੀਰਿਆਂ ਦੀ ਮਾਰਕੀਟਿੰਗ ਲਈ ਐਡਸ ਨੂੰ ਪਬਲਿਸ਼ ਕੀਤਾ ਜਾਵੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਮਰੀਕਨ ਲੋਕ ਹੀਰੇ ਨਹੀਂ ਖਰੀਦ ਰਹੇ ਅਤੇ ਉਹ ਅਮਰੀਕਨ ਲੋਕਾਂ ਨੂੰ ਹੀਰੇ ਖਰੀਦਣ ਲਈ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਕਿਉਂਕਿ ਉਸ ਸਮੇਂ ਪੂਰੀ ਦੁਨੀਆ ਵਿੱਚ ਲੋਕ ਅਮਰੀਕਨ ਫਿਲਮਾਂ ਅਤੇ ਉੱਥੋਂ ਦਾ ਮਿਊਜ਼ਿਕ ਫੋਲੋ ਕਰ ਰਹੇ ਸਨ। ਇਸੇ ਲਈ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਮਰੀਕਨ ਲੋਕ ਹੀਰੇ ਖਰੀਦਣ ਵਿੱਚ ਰੁਝਾਨ ਦਿਖਾਉਣਗੇ ਤਾਂ ਹੋਰ ਦੇਸ਼ ਵੀ ਉਹਨਾਂ ਨੂੰ ਕਾਪੀ ਕਰਨਗੇ, ਜਿਸ ਤੋਂ ਬਾਅਦ ਡਾਇਮੰਡ ਕਾਰਪੋਰੇਸ਼ਨਸ ਨੇ ਨਿਊਜ਼ਪੇਪਰ, ਮੈਗਜ਼ੀਨ, ਰੇਡੀਓ ਅਤੇ TV ਉੱਤੇ ਹੀਰਿਆਂ ਦੀਆਂ ਐਡਸ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ TV ਐਡਸ ਤੋਂ ਬਾਅਦ ਹੀਰਿਆਂ ਨੂੰ ਫਿਲਮਾਂ ਵਿੱਚ ਵੀ ਵੱਧ ਚੜ੍ਹ ਕੇ ਦਿਖਾਇਆ ਗਿਆ। ਫਿਲਮਾਂ ਵਿੱਚ ਜਦੋਂ ਵੀ ਵਿਲਨ ਕੋਈ ਡੀਲ ਕਰਦੇ ਸਨ ਤਾਂ ਉਹਦੇ ਵਿੱਚ ਪੈਸੇ ਦੀ ਜਗ੍ਹਾ 'ਤੇ ਹੀਰਿਆਂ ਨੂੰ ਦਿਖਾਇਆ ਜਾਂਦਾ ਸੀ, ਤਾਂ ਕਿ ਲੋਕਾਂ ਨੂੰ ਲੱਗੇ ਕਿ ਹੀਰੇ ਪੈਸੇ ਨਾਲੋਂ ਜ਼ਿਆਦਾ ਇੰਪੋਰਟੈਂਟ ਹਨ, ਅਤੇ ਦੂਜੇ ਪਾਸੇ ਹੀਰਿਆਂ ਨੂੰ ਪਿਆਰ ਦੇ ਬਰਾਬਰ ਸ਼ੋਅ ਕੀਤਾ ਜਾਂਦਾ ਸੀ। ਜਦੋਂ ਵੀ ਕੋਈ ਹੀਰੋ ਹੀਰੋਇਨ ਨੂੰ ਪ੍ਰਪੋਜ਼ ਕਰਦਾ ਸੀ ਤਾਂ ਉਹਦੇ ਵਿੱਚ ਹਮੇਸ਼ਾ ਡਾਇਮੰਡ ਰਿੰਗ ਇਨਵੋਲਵ ਕੀਤੀ ਜਾਂਦੀ ਸੀ। ਇਹਨਾਂ ਐਡਸ ਦਾ ਮੇਨ ਮਕਸਦ ਇਹ ਸੀ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਬਿਠਾਇਆ ਜਾਵੇ ਕਿ ਜਿੱਡਾ ਵੱਡਾ ਹੀਰਾ ਉਹਦਾ ਮਤਲਬ ਓਨਾ ਜ਼ਿਆਦਾ ਪਿਆਰ। ਡਾਇਮੰਡ ਕਾਰਪੋਰੇਸ਼ਨ ਦੀ ਇਹ ਮਾਰਕੀਟਿੰਗ ਸਟ੍ਰੈਟਜੀ ਕਾਮਯਾਬ ਰਹੀ ਅਤੇ 1944 ਤੱਕ ਹੀਰਿਆਂ ਦੀ ਵਿਕਰੀ 55% ਵੱਧ ਗਈ, ਜਿਸ ਤੋਂ ਬਾਅਦ ਹਰ ਕੋਈ ਆਪਣੇ ਵਿਆਹ ਜਾਂ ਇੰਗੇਜਮੈਂਟ 'ਤੇ ਇੱਕ ਦੂਜੇ ਨੂੰ ਡਾਇਮੰਡ ਰਿੰਗ ਪਹਿਨਾ ਰਿਹਾ ਸੀ। ਡਾਇਮੰਡ ਦੀਆਂ ਇਹਨਾਂ TV ਐਡਸ ਵਿੱਚ ਲੋਕਾਂ ਨੂੰ ਇਹ ਵੀ ਮੈਂਸ਼ਨ ਕੀਤਾ ਜਾਂਦਾ ਸੀ ਕਿ ਜੇ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਨਾ ਹੈ ਤਾਂ ਹੀਰਾ ਤੁਹਾਡੇ 2 ਮਹੀਨੇ ਦੀ ਸੈਲਰੀ ਦੇ ਬਰਾਬਰ ਹੋਣਾ ਚਾਹੀਦਾ ਹੈ। ਹੀਰਿਆਂ ਦੀ ਇਹ ਪ੍ਰਮੋਸ਼ਨ ਇਸ ਲਈ ਵੀ ਕਾਮਯਾਬ ਰਹੀ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਿਆਰ ਦੇ ਨਾਲ ਜੋੜ ਦਿੰਦੇ ਹੋ ਤਾਂ ਲੋਕ ਪੈਸੇ ਲਾਉਣ ਤੋਂ ਕਤਰਾਉਂਦੇ ਨਹੀਂ ਅਤੇ ਨਾ ਹੀ ਬਾਅਦ ਵਿੱਚ ਉਸ ਨੂੰ ਕਦੇ ਵੇਚਣ ਜਾਂਦੇ ਹਨ, ਕਿਉਂਕਿ ਉਸ ਨਾਲ ਉਹਨਾਂ ਦੀ ਸੈਂਟੀਮੈਂਟਲ ਵੈਲਿਊ ਜੁੜੀ ਹੁੰਦੀ ਹੈ। ਅੱਜ ਵੀ ਜੇ ਤੁਸੀਂ ਡਾਇਮੰਡ ਰਿੰਗ ਜਾਂ ਹੀਰਿਆਂ ਦਾ ਬਣਿਆ ਕੋਈ ਹੋਰ ਗਹਿਣਾ ਲੈਣ ਜਾਓ ਤਾਂ ਦੁਕਾਨਦਾਰ ਤੁਹਾਨੂੰ ਵੇਚਣ ਵੇਲੇ ਇਹੀ ਕਹੇਗਾ ਕਿ ਇਹ ਹੀਰੇ ਬਹੁਤ ਰੇਅਰ ਹਨ ਅਤੇ ਇਸੇ ਲਈ ਇਹਨਾਂ ਦਾ ਪ੍ਰਾਈਸ ਇੰਨਾ ਜ਼ਿਆਦਾ ਹੈ। ਪਰ ਜੇ ਤੁਸੀਂ ਉਹੀ ਸੇਮ ਚੀਜ਼ ਕੁਝ ਦਿਨ ਬਾਅਦ ਉਸੇ ਦੁਕਾਨ 'ਤੇ ਵੇਚਣ ਜਾਓ ਤਾਂ ਉਹਦੀ ਕੀਮਤ 70 ਤੋਂ 75% ਘੱਟ ਜਾਂਦੀ ਹੈ, ਕਿਉਂਕਿ ਦੁਕਾਨਦਾਰ ਨੂੰ ਪਤਾ ਹੈ ਕਿ ਇਹ ਹੀਰੇ ਇੰਨੇ ਰੇਅਰ ਨਹੀਂ ਹਨ ਅਤੇ ਜ਼ਿਆਦਾਤਰ ਗਹਿਣਿਆਂ ਵਿੱਚ ਇਸਤੇਮਾਲ ਹੋਣ ਵਾਲੇ ਹੀਰੇ ਅੱਜ-ਕੱਲ੍ਹ ਲੈਬਸ ਵਿੱਚ ਬਣਾਏ ਜਾਂਦੇ ਹਨ। ਅਮਰੀਕਾ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲਿਆ, ਜਿਵੇਂ ਜਾਪਾਨ ਵਿੱਚ 1967 ਵਿੱਚ ਸਿਰਫ 5% ਲੋਕ ਹੀ ਡਾਇਮੰਡ ਰਿੰਗ ਦਾ ਇਸਤੇਮਾਲ ਕਰਦੇ ਸਨ। ਪਰ ਹੀਰਿਆਂ ਦੀਆਂ ਇਹਨਾਂ ਮਸ਼ਹੂਰੀਆਂ ਨੇ ਜੈਪਨੀਜ਼ ਲੋਕਾਂ 'ਤੇ ਵੀ ਕਾਫੀ ਡੂੰਘਾ ਅਸਰ ਪਾਇਆ ਅਤੇ ਸਿਰਫ 10 ਸਾਲ ਬਾਅਦ 50% ਤੋਂ ਵੱਧ ਲੋਕ ਡਾਇਮੰਡ ਰਿੰਗਸ ਨੂੰ ਖਰੀਦਣ ਲੱਗੇ। ਪਰ ਅੱਜ ਡਾਇਮੰਡਸ ਉੱਤੇ ਡੇ ਬੀਅਰ ਜਾਂ ਡਾਇਮੰਡ ਕਾਰਪੋਰੇਸ਼ਨ ਦੀ ਮੋਨੋਪੋਲੀ ਨਹੀਂ ਰਹੀ, ਕਿਉਂਕਿ ਕਾਫੀ ਦੇਸ਼ਾਂ ਵਿੱਚ ਉਹਨਾਂ ਉੱਤੇ ਹੋਰ ਛੋਟੀਆਂ ਕੰਪਨੀਜ਼ ਅਤੇ ਇੰਡੀਪੈਂਡੈਂਟ ਮਾਈਨਰਸ ਨੇ ਕੇਸ ਕਰ ਦਿੱਤੇ, ਜਿਸ ਦੇ ਕਾਰਨ ਡੇ ਬੀਅਰਸ ਨੂੰ ਪਿੱਛੇ ਹਟਣਾ ਪਿਆ। ਹੀਰਿਆਂ ਦੇ ਮਹਿੰਗੇ ਹੋਣ ਦਾ ਕਾਰਨ ਸਮੇਂ-ਸਮੇਂ ਤੋਂ ਬਦਲਦਾ ਰਿਹਾ ਹੈ। 18ਵੀਂ ਸਦੀ ਤੋਂ ਪਹਿਲਾਂ ਹੀਰੇ ਕਾਫੀ ਰੇਅਰ ਸਨ, ਇਸੇ ਲਈ ਉਹ ਮਹਿੰਗੇ ਸੀ
ਅਤੇ ਉਸ ਤੋਂ ਬਾਅਦ ਇੱਕ ਕੰਪਨੀ ਸਾਰੇ ਹੀਰਿਆਂ ਦੇ ਪ੍ਰਾਈਸ ਨੂੰ ਕੰਟਰੋਲ ਕਰਦੀ ਸੀ। ਇਸੇ ਲਈ ਹੀਰੇ ਮਹਿੰਗੇ ਸਨ। ਪਰ ਅੱਜ ਕੱਲ੍ਹ ਹੀਰੇ ਇਸ ਲਈ ਮਹਿੰਗੇ ਹਨ ਕਿਉਂਕਿ ਲੋਕ ਇਸ ਨੂੰ ਪਿਆਰ ਨਾਲ ਜੋੜ ਕੇ ਦੇਖਦੇ ਹਨ, ਜਾਂ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠ ਗਈ ਹੈ ਕਿ ਹੀਰਾ ਇੱਕ ਮਹਿੰਗੀ ਚੀਜ਼ ਹੈ। ਦੂਜੇ ਪਾਸੇ ਕੁਝ ਹੀਰੇ ਅਜਿਹੇ ਵੀ ਹਨ ਜਿਨ੍ਹਾਂ ਦੀ ਇਤਿਹਾਸਿਕ ਵੈਲਿਊ ਇੰਨੀ ਹੈ ਕਿ ਕੋਈ ਉਹਨਾਂ ਦਾ ਮੁੱਲ ਵੀ ਨਹੀਂ ਲਗਾ ਸਕਦਾ, ਜਿਵੇਂ ਕੋਹੀਨੂਰ ਦੁਨੀਆ ਦੇ ਸਭ ਤੋਂ ਮਹਿੰਗੇ ਹੀਰਿਆਂ ਵਿੱਚੋਂ ਇੱਕ ਹੈ। ਹਾਂਜੀ, ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ।